ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ। ਮੈਂ ਨੀਲਮ ਸੈਣੀ। ਖਬਰਾਂ ਦੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਚੋਣਵੀਆਂ ਖਬਰਾਂ ਦੇ ਨਾਲ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਬੇਅਦਬੀ ਮਾਮਲਿਆਂ ਦੀ ਜਾਂਚ ਵਿੱਚ ਅੜਿੱਕੇ ਢਾਉਣ 'ਚ ਅਕਾਲੀਆਂ ਦੀ ਭੂਮਿਕਾ ਜਗ ਜ਼ਾਹਰ। ਕਿਸਾਨਾਂ ਨੂੰ ਸਮਰਥਨ ਦੇਣ ਲਈ ਗਾਜ਼ੀਪੁਰ ਬਾਰਡਰ ਪਹੁੰਚੇ ਬੀਬਾ ਹਰਸਿਮਰਤ ਕੌਰ ਬਾਦਲ। ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਗਾਜ਼ੀਪੁਰ ਬਾਰਡਰ ਤੇ ਲਾਏ ਗਏ ਕਿੱਲ ਪੁੱਟੇ। ਰਾਕੇਸ਼ ਟਿਕੈਤ ਨੇ ਕਿਹਾ, ਕਿਸਾਨੀ ਸੰਘਰਸ਼ ਨੂੰ ਅਸਫਲ ਕਰਨ ਵਾਲੀਆਂ ਧਿਰਾਂ ਤੋਂ ਬਚਣ ਦੀ ਲੋੜ। ਅਤੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ, ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਗੁੰਡਾਗਰਦੀ ਨੇ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਚੁੱਕੇ ਸਵਾਲ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰ ਸਰਕਾਰ ਨਾਲੋਂ ਨਾਤਾ ਤੋੜ ਲੈਣ ਤੋਂ ਕੁਝ ਮਹੀਨੇ ਦੇ ਅੰਦਰ ਹੀ ਕੇਂਦਰੀ ਜਾਂਚ ਬਿਊਰੋ ਨੇ ਬੁੱਧਵਾਰ ਨੂੰ ਬੇਅਦਬੀ ਮਾਮਲਿਆਂ ਨਾਲ ਜੁੜੇ ਦਸਤਾਵੇਜ਼ ਸੂਬਾ ਪੁਲਿਸ ਦੇ ਹਵਾਲੇ ਕਰ ਦਿੱਤੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਤੋਂ ਇਹ ਸਾਬਿਤ ਹੋ ਗਿਆ ਹੈ ਕਿ ਅਕਾਲੀ ਦਲ ਇਨ੍ਹਾਂ ਮਾਮਲਿਆਂ ਵਿੱਚ ਆਪਣੀ ਮਿਲੀਭੁਗਤ ਜ਼ਾਹਰ ਹੋਣ ਤੇ ਪਰਦਾ ਪਾਈ ਰੱਖਣ ਲਈ ਇਸ ਕਾਰਵਾਈ ਵਿੱਚ ਅੜਿੱਕੇ ਢਾ ਰਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੀਬੀਆਈ ਲਈ ਤੈਅ ਕੀਤੀ ਤਾਰੀਖ ਦੇ ਗੁਜ਼ਰਨ ਤੋਂ ਕੁਝ ਘੰਟੇ ਪਹਿਲਾਂ ਕੇਂਦਰੀ ਏਜੰਸੀ ਦੁਆਰਾ ਇਨ੍ਹਾਂ ਮਾਮਲਿਆਂ ਨਾਲ ਸੰਬੰਧਿਤ ਦਸਤਾਵੇਜ਼ ਅਤੇ ਫਾਈਲਾਂ ਪੰਜਾਬ ਪੁਲਿਸ ਨੂੰ ਸੌਂਪ ਦਿੱਤੀਆਂ ਗਈਆਂ। ਮੁੱਖ ਮੰਤਰੀ ਨੇ ਇਸ ਨੂੰ ਸੂਬਾ ਸਰਕਾਰ ਦੀ ਜਿੱਤ ਦੱਸਦਿਆਂ ਕਿਹਾ ਕਿ ਇਸ ਨਾਲ ਅਕਾਲੀ ਸਰਕਾਰ ਦੇ ਉਸ ਸਟੈਂਡ ਦੀ ਵੀ ਪੁਸ਼ਟੀ ਹੋ ਗਈ ਹੈ ਜਿਸ ਮੁਤਾਬਕ ਉਨ੍ਹਾਂ ਦੇ ਇਸ਼ਾਰੇ ਤੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਕੀਤੀ ਜਾ ਰਹੀ ਜਾਂਚ ਵਿੱਚ ਰੁਕਾਵਟਾਂ ਖੜੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। देखो गल ये हुण बहुत पुरानी गल हो गई है। साडी सरकार आउण तो पहला ये वाकयात हुए ने कोटकपूरा दे विच भी बाजा अपने बरगाड़ी और बाइबल क्लास सारे मैं समा था जिस दिन होया उस तो बाद मैं उत्थे जाके आया और उत्थे साडी गवर्नमेंट इलैक्शन भी नहीं नेड़े सी। हुण इन्नी देर तो असीं इहदा पिछा करदे हां कि सच्चाई निकलनी चाहिए है कि बेअदबी कित्थे हुई है, कैसे हुई है, किहने कीती है। और उहदे विच फिर जदों असीं आए ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਿਠਾਇਆ ਸੀ, ਉਹਨਾਂ ਦਾ ਵੀ ਇਹ ਬਿਠਾਇਆ ਸੀ ਅਸੀਂ 6 ਜੂਨ 2018 ਨੂੰ। ਉਹਨਾਂ ਨੇ ਆਪਣੀ ਰਿਪੋਰਟ 'ਚ ਸਪਸ਼ਟ ਕਰ ਦਿੱਤਾ ਕਿ ਉਹਨਾਂ ਦੇ ਮਨ ਦੇ ਵਿੱਚ ਕੀ ਸੀ। ਉਸ ਤੋਂ ਬਾਅਦ ਅਸੀਂ ਪੰਜਾਬ ਅਸੈਂਬਲੀ ਨੇ ਰੈਜ਼ੋਲੂਸ਼ਨ ਕੀਤਾ 28/8/18 ਨੂੰ ਕਿ ਇਹ ਕਾਗਜ਼ ਵਾਪਸ ਕੀਤੇ ਜਾਣ। ਬਾਰ-ਬਾਰ ਟਾਲਦੇ ਰਹੇ ਔਰ ਟਾਲਣ ਵਾਲਾ ਕੌਣ? ਇੱਕ ਥੋੜਾ ਮਿਨਿਸਟਰ ਬੈਠਾ ਹੈ ਅਕਾਲੀ ਦਲ ਦਾ, ਉੱਥੇ अगर वो चाहते सी कोई सानू हेल्प करे हरसिमरत कौर वो करा सकती सी वापस, क्यों नहीं उन्हें वापस कराया? हुण जब उन्होंने गवर्नमेंट छड्डती उहदा मतलब इन्हां दा दबाव सी कि उधरों कागज वापस ना आउण, और एक बार छड्डती फिर उन्होंने कोर्ट का जिहड़ा हुक्म होया उहनूं तामील करते हुए ये कागज साडे कोल वापस आ गए ने। तो शुक्र करो कि हुण 4 साल बाद ये काम हुण सिरे पहुंचण लग्या और असीं हुण इहदी शुरुआत करांगे ताकि जिन्हां ने बेअदबी कीती है और जिथे गोलियां चलाइया ने लोगों जाना गई ने ਉਹਦਾ अंत विच आपां इस नूं सिरे चढ़ा के छड्डांगे और जिन्हां ने कीता उन्हां नूं असीं बख्शना है नहीं। ਦਿੱਲੀ ਦੀਆਂ ਸਰਹੱਦਾਂ ਤੇ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਨਾਲ ਐਮਐਸਪੀ ਤੇ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਸਿੰਘੂ ਬਾਰਡਰ ਤੇ ਚੱਲ ਰਿਹਾ ਕਿਸਾਨਾਂ ਦਾ ਪ੍ਰਦਰਸ਼ਨ ਵੀਰਵਾਰ ਨੂੰ 71ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ। ਇਸ ਦੇ ਨਾਲ ਹੀ ਅੱਜ ਵਿਰੋਧੀ ਧਿਰ ਦੇ ਨੇਤਾਵਾਂ ਦੀ ਟੀਮ ਕਿਸਾਨਾਂ ਨੂੰ ਮਿਲਣ ਲਈ ਗਾਜ਼ੀਪੁਰ ਬਾਰਡਰ ਪਹੁੰਚੀ। ਉੱਥੇ ਵਿਰੋਧੀ ਦਲਾਂ ਦੇ ਸਾਂਸਦਾਂ ਨੂੰ ਕਿਸਾਨਾਂ ਨਾਲ ਮਿਲਣ ਤੋਂ ਰੋਕਿਆ ਗਿਆ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਧੱਕੇ ਨਾਲ ਵਾਪਸ ਭੇਜਿਆ ਗਿਆ। ਇਸ मौके साबका केंद्रीय मंत्री हरसिमरत कौर बादल ने कहा कि केंद्र सरकार की कार्रवाई लोकतंत्र की सिद्धी हत्या है। उन्होंने कहा कि किसानों नाल गुलामां वर्गा सलूक किया जा रहा है। अजिहे हालात देख के रोना आउंदा है। मेंबर ऑफ पार्लियामेंट होने के नाते हमको इतना ये देख के भयानक डर लग रहा है, तो जो वो बेचारे अंदर बिना पानी के, बिना बिजली के, बिना खाने के, बिना टॉयलेट्स के 3 किलोमीटर तक ऐसे बैरिकेडिंग है, 3 किलोमीटर जो उनको अंदर दोनों तरफ से इस तरह बंद किया हुआ है, उन बेचारों के क्या हालात होंगे। और हम कह रहे हैं हमें आगे जाके देख लेने दीजिए। तो ये देखिए हमारे लिए एमपीज़ के लोगों के चुने हुए नुमाइंदों के लिए कैसे तैयार होके अपना बैठे हैं यहाँ पे हमें रोकने के लिए। तो क्या सरकार कहती है बात करें, फ़ोन करें, कौन बाहर आके कर सकता है? ये तो वो है कि जेल से भी बदतर हालत आपने कर दी है उनको उधर कैद करके, ये अन्नदाता को, बेचारे गरीब किसान को। और वो क्या मांग रहा है कि आप ये कानून मेरे ऊपर लागू ना करिए जो आपने मेरे से बिना पूछे मेरे ऊपर थोप दिए, और ये हालात कर दिए। आप ये रिपोर्ट पार्लियामेंट में भी देंगे? बिल्कुल, इसीलिए यहाँ पे आए कि हम इसकी पार्लियामेंट में चर्चा करना चाहते हैं। सरकार, स्पीकर साहब हमें करने नहीं दे रहे हैं।
अब सारी पार्टियां इकट्ठे होकर उनको बताएंगे कि जाके देखिए क्या हालत है। ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦਾਂ ਤੇ ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਅੰਦੋਲਨ ਨੂੰ ਖਤਮ ਕਰਨ ਦੇ ਲਈ ਸਰਕਾਰ ਵੀ ਪੂਰਾ ਜ਼ੋਰ ਲਗਾ ਰਹੀ ਹੈ। ਇਸ ਦੇ ਨਾਲ ਹੀ ਵੱਡੀ ਖਬਰ ਆਈ ਹੈ ਕਿ ਗਾਜ਼ੀਪੁਰ ਸਰਹੱਦ ਤੇ ਸੜਕਾਂ ਤੇ ਲਾਈਆਂ ਹੋਈਆਂ ਕਿੱਲਾਂ ਨੂੰ ਹਟਾਇਆ ਜਾ ਰਿਹਾ ਹੈ। ਪੁਲਿਸ ਨੇ ਇਹ ਕਾਰਵਾਈ ਕੌਮਾਂਤਰੀ ਪੱਧਰ ਤੇ ਹੋ ਰਹੀ ਆਲੋਚਨਾ ਮਗਰੋਂ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਕਿੱਲਾ ਵਜੋਂ ਬੈਰੀਕੇਡਿੰਗ ਕੀਤੀ ਗਈ ਸੀ। ਕਿਸਾਨਾਂ ਅੱਗੇ ਝੁਕਦੀ ਹੋਈ ਦਿੱਲੀ ਪੁਲਿਸ ਨੇ ਅੱਜ ਕਿੱਲ ਪੁੱਟਣੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ ਪੁਲਿਸ ਇਸ ਬਾਰੇ ਹੋਰ ਹੀ ਤਰਕ ਦੇ ਰਹੀ ਹੈ। ਜਦੋਂ ਇਸ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਖਰਾਬ ਹੋ ਗਈਆਂ ਹਨ, ਇਸ ਲਈ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ। यूपी गेट स्थित गाजीपुर बॉर्डर ते खेती कानून विरोधी धरने ते 28 जनवरी की रात नाटकी घटनाक्रम तो बाद सुर्खियां चाए भारतीय किसान यूनियन के राष्ट्रीय बुलारे राकेश टिकैत किसान आगुआं की जमात च ज्यादातर लोकप्रिय हो गए हैं। इंटरनेट ते उन्हां नूं पसंद करन वालियां दी गिनती दिनों दिन वधदी जा रही है। इस विचकार किसी ने उन्हां दी फर्जी फेसबुक आईडी तैयार की है जिस दी लोकेशन पंजाब ते लुधियाना वजों मिली है। भारतीय किसान यूनियन वालों इस दे स्नैपशॉट लैके पुलिस ते प्रशासनिक अधिकारियों नाल शिकायत करदियां दोषियों ਨੂੰ चिन्हित करके कार्रवाई करने की मांग की गई है। उत्थे केंद्र सरकार वालों पास किए गए 3 खेती कानूनों के विरोध च गाजीपुर सरहद ते विशाल इकट्ठ नूं संबोधन करदियां राकेश टिकैत ने कहा कि किसानी संघर्ष नूं असफल करने वालियां धिरां तो इस वक्त बचण की लोड़ है। उन्होंने आख्या कि साडा संघर्ष अक्तूबर तक चल सकता है, इसलिए सारे किसानां नूं संयम नाल इस संघर्ष च शामिल होने की लोड़ है। ਸਥਾਨਕ ਚੋਣਾਂ ਨੂੰ ਲੈ ਕੇ ਨਾਮਜ਼ਦਗੀਆਂ ਦੌਰਾਨ ਹੋਈਆਂ ਝੜਪਾਂ ਨੂੰ ਲੈ ਕੇ ਅਕਾਲੀ ਦਲ ਕਾਫੀ ਗੁੱਸੇ 'ਚ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਤਰਨਤਾਰਨ 'ਚ ਚੋਣਾਂ ਤੋਂ ਪਹਿਲਾਂ ਕਾਂਗਰਸ ਦੇ ਗੁੰਡਾਗਰਦੀ ਨੇ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ। ਇਸ ਦੌਰਾਨ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਚੋਣਾਂ ਜਿੱਤਣ ਲਈ ਲੋਕਤੰਤਰ ਦਾ ਵੱਡਾ ਘਾਣ ਕਰਨ ਤੋਂ ਵੀ ਗੁਰੇਜ਼ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਇਲਾਵਾ कुछ भी रास्ता नहीं बचेगा। देखो असी नगर पंचायत भिखीविंड ਦੀਆਂ ਚੋਣਾਂ ਜਿਹੜੀਆਂ ਨੇ ਹਰ ਇੱਕ ਨੂੰ ਅਧਿਕਾਰ ਲੜਨ ਦਾ, ਪਰ ਉੱਥੇ ਕਾਂਗਰਸ ਜਿਹੜੀ ਆ ਬੁਰੀ ਤਰ੍ਹਾਂ ਹਾਰ ਰਹੀ ਹੈ ਔਰ ਚੋਣਾਂ ਜਿੱਤਣ ਲਈ ਉਹ ਬੜੇ ਮਾੜੇ ਹਥਿਆਰਾਂ ਤੇ ਆਏ ਹੋਏ ਨੇ। और पहलों तो इत्थों तक सीगा भी इन्हों नो ड्यू सर्टिफिकेट इशू ना होण सानू हाई कोर्ट जाना पिया, ईओ नूं हदायतां करवाउणियां पईयां और सानू नो ड्यू सर्टिफिकेट मिल गए। असीं फाइलां मुकम्मल करके किसी तरह की कसर नहीं छड्डी, असीं जमा कराउणियां सी। जिहड़ा सानू समा 2 फरवरी का रिटर्निंग अफसर वालों दिता गया सीगा उस समय अनुसार असीं आपकी तैयारी करके चले सी ते बाहर जिहड़ी आ जिथे कागज दाखिल होने सी नगर पंचायत भिखीविंड के दफ्तर दे विच उत्थे सैकड़ियां की तादाद च कांग्रेसी आगू कांग्रेसी उम्मीदवार डांगा सोटे किरपाना रफलां पिस्तौल लैके शरेआम ललकारे मार रहे सी भी जिहदे च हिम्मत हैगी आ कागज दाखिल कराओ। वो माहौल देखण तो बाद असीं जिले के DC नाल SSP नाल संबंधित अधिकारियों नाल वार-वार गलबात की, पर उन्हें वो टस तो मस नहीं होए, कोई माहौल सुधरिया नहीं, सगों बिगड़ता ही गया। और फिर इत्थों तक कि क्योंकि अकाली दल नूं टाइम दिता गया सी असीं आपदे कागज दाखिल कराउणे सीगे ते 13 उम्मीदवारां चों 7 उम्मीदवार लेडीज़ सीगीआं, 6 जिहड़े जेंट सीगे। उन्हां दे विच असीं फिर भी असीं कीता कि 3-4 जिहड़े नौजवान मुंडे सी उन्हां ने कागज भराउण वास्ते भेजिआ। जदों उन्हां नूं भेजिआ आ अजे वो निकले ही आ, लागे ही रिटर्निंग अफसर दा दफ्तर सीगा, उहदे वल नूं वध रहे सी कि जिहड़ी सैकड़िਆਂ ਦੀ ਤਾਦਾਦ 'ਚ ਭੀੜ ਸੀ ਕਾਂਗਰਸ ਦੀ, ਉਹਨਾਂ ਨੇ ਹਮਲਾ ਬੋਲ ਦਿੱਤਾ ਜਿਹਦੇ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਹੈ ਸੁਖਪਾਲ ਸਿੰਘ ਭੁੱਲਰ ਦਾ ਖਾਸਮ ਖਾਸ ਹੈ, ਜਿਹੜਾ ਮੌਜੂਦਾ ਵਿਧਾਇਕ ਹੈ ਸਤਾਰਾ ਸਿੰਘ ਦਲੇਰੀ, ਔਰ ਜਿਹੜਾ ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਹੈ ਉਹਦੇ ਨਾਲ ਹੀ ਇਹ ਇੱਕ ਹੋਰ ਵਾਰਡ ਨੰਬਰ 5 ਤੋਂ ਉਮੀਦਵਾਰ ਹੈ ਜਗਜੀਤ ਸਿੰਘ ਜੱਗਾ, ਇੱਕ ਵਾਰਡ ਨੰਬਰ 1 ਤੋਂ ਹੈ ਯਾਦਵਿੰਦਰ ਸਿੰਘ ਲੱਧੂ, ਇੱਕ ਵਾਰਡ ਨੰਬਰ 9 ਤੋਂ ਹੈ दीपक दीपू करके आड़ती करके होर भी जिहड़े उम्मीदवार सी जिन्हां दी सामने फोटोआं नहीं आ सकियां, ये सारे जिहड़े आ लीड कर रहे सी, हत्थां 'च हथियार सीगे और इत्थों तक
ਕਿ ਉਹਨਾਂ ਦੇ ਦਿਲ ਵਧੇ। ਜਿਹੜਾ ਸਾਡਾ ਸਾਬਕਾ ਪ੍ਰਧਾਨ ਸੀ ਜਿਹਦੇ ਘਰੇ ਸਾਰੇ ਉਮੀਦਵਾਰ ਇਕੱਠੇ ਹੋਏ ਸੀ, ਉਹਦੇ ਘਰ ਦੇ ਉੱਤੇ ਵੀ ਹਮਲਾ ਕੀਤਾ, ਭੰਨਤੋੜ ਕੀਤੀ। ਉਹਦੀ ਦੁਕਾਨ ਦੀ ਡੇਅਰੀ ਸੀਗੀ, ਡੇਅਰੀ ਦੀ ਭੰਨਤੋੜ ਕੀਤੀ, ਘਰ ਦੇ ਵਿੱਚ ਫਾਇਰ ਮਾਰੇ ਗਏ ਔਰ ਜਿੰਨੀਆਂ ਬਾਰੀਆਂ ਬੂਰੀਆਂ ਸੀ ਸਭ ਭੰਨ ਦਿੱਤੀਆਂ ਗਈਆਂ। ਔਰ ਪਰਿਵਾਰ ਦੇ ਵਿੱਚ ਜਿਹੜੀਆਂ ਲੇਡੀਜ਼ ਮੈਂਬਰ ਸੀਗੀਆਂ, ਲੇਡੀਜ਼ ਜਿਹੜੇ ਉਮੀਦਵਾਰ ਸੀਗੀਆਂ, ਉਹਨਾਂ ਨੂੰ ਵੀ ਭੱਜ ਕੇ ਚੀਕਾਂ ਮਾਰਦਿਆਂ ਹੋਇਆ ਆਪਦੀ ਜਾਨ ਬਚਾਉਣੀ ਪਈ। ਔਰ ਉਲਟਾ ਕੀ ਹੋਇਆ ਕਿ ਅਕਾਲੀ ਦਲ ਦੇ ਉਮੀਦਵਾਰਾਂ ਦੇ ਉੱਤੇ ਹੀ 15 ਦੇ ਉੱਤੇ 22 ਨੇਮ ਜਿਹੜੇ ਅਕਾਲੀ ਵਰਕਰ ਸੀ, ਮੋਹਤਬਰ ਸੀਗੇ, ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਔਰ ਨਾਲ 150 ਜਿਹੜਾ ਆ ਅਣਪਛਾਤਾ ਅਕਾਲੀ ਵਰਕਰ ਉਹਨਾਂ ਦੇ ਉੱਤੇ ਦਰਜ ਕਰ ਦਿੱਤਾ, ਜਦੋਂ ਕਿ ਉੱਥੇ ਹੈ ਹੀ ਨਹੀਂ ਸੀ ਇਹਨੇ, ਔਰ ਉਹਨਾਂ ਦੇ ਉੱਤੇ ਕਰ ਦਿੱਤਾ ਗਿਆ ਜਿਹੜੇ ਮੌਕੇ ਤੇ ਮੌਜੂਦ ਨਹੀਂ ਸੀ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੰਡੀਆ ਗੇਟ ਤੇ ਅੱਜ ਸੈਂਟਰਲ ਵਿਸਟਾ ਐਵੇਨਿਊ ਤੇ ਭੂਮੀ ਪੂਜਨ ਕੀਤਾ। ਇਸ ਤੋਂ ਬਾਅਦ ਹੁਣ ਇਸ ਐਵੇਨਿਊ ਦਾ ਕੰਮ ਸ਼ੁਰੂ ਹੋ ਗਿਆ ਹੈ। ਸਰਕਾਰ ਦਾ ਕੰਮ ਐਵੇਨਿਊ ਨੂੰ ਬਿਹਤਰ ਬਣਾਉਣ ਦਾ ਹੈ, ਇਸ ਲਈ ਇਸ ਦੇ ਪੁਨਰ ਨਿਰਮਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਕੰਮ ਲਈ 608 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ। ਇਸ ਮੌਕੇ ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਗਲਾ ਗਣਤੰਤਰ ਦਿਵਸ ਪਰੇਡ ਸੈਂਟਰਲ ਵਿਸਟਾ ਐਵੇਨਿਊ ਤੇ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਆਧੁਨਿਕ ਭਾਰਤ ਦਾ ਪ੍ਰਤੀਕ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਲੋਕ ਇਸ ਦੇ ਮਹੱਤਵ ਨੂੰ ਨਹੀਂ ਸਮਝਦੇ ਅਤੇ ਕੁਝ ਦੇਸ਼ ਦੀ ਪ੍ਰਗਤੀ ਅਤੇ ਵਿਕਾਸ ਨਹੀਂ ਚਾਹੁੰਦੇ। ਕੋਵਿਡ ਵੈਕਸੀਨ ਨੂੰ ਲੈ ਕੇ ਵੀ ਉਹ ਸਵਾਲ ਚੁੱਕ ਰਹੇ ਸੀ, ਪਰ ਸਭ ਨੇ ਵੈਕਸੀਨ ਦੇ ਰਿਲੀਜ਼ ਨੂੰ ਦੇਖਿਆ। अगली 26 जनवरी की जो रिपब्लिक डे परेड नए सेंट्रल विस्टा एवेन्यू पे होगी। पहली बात देखिए, ये जो सारा गवर्नेंस आर्किटेक्चर है, ये जब हम एक कॉलोनियल डोमिनेशन के अंडर थे 1920 के आसपास, ये सारा स्ट्रक्चर था जो हमारा पार्लियामेंट है और ये जो नॉर्थ ब्लॉक साउथ ब्लॉक, ये हमारे इतिहास, हमारी कल्चर, हमारी हेरिटेज, ये सब प्रिजर्व होगी। पर 75 साल आज़ादी के बाद एक $5 ट्रिलियन इकोनॉमी, उसका जो गवर्नेंस बिल्डिंग्स हैं गवर्नेंस के लिए, वो 100 साल पुरानी नहीं हो सकती। ये रहेंगी 100 साल वाली रहेंगी, पर जब हम अपनी 75th एनिवर्सरी मनाएंगे एज एन इंडिपेंडेंट कंट्री, वो नई पार्लियामेंट पे होगी अक्टूबर 2022 तक, और ये सेंट्रल विस्टा एवेन्यू में अगली परेड होगी। तो जो प्रधानमंत्री जी की विजन है, डिमांड्स तो बहुत देर से आ रही हैं कि नई पार्लियामेंट बिल्डिंग बननी चाहिए। ये सरकारी जो हमारे दफ्तर हैं, हम लोग 1000 करोड़ किराया देते हैं एक वर्ष में, जो सरकारी बिल्डिंग्स में अपने जो गवर्नमेंट डिपार्टमेंट, ज़मीन हमारी है। तो बहुत देर से ये डिमांड आ रही थी नई पार्लियामेंट की और रीबिल्डिंग की, पर ये प्रधानमंत्री जी की विजन, उनकी डिटर्मिनेशन, 2014 में जब हमारी सरकार आई तो उसके 1-2 साल बाद इसकी कॉन्सेप्चुअलाइजेशन शुरू हो गई थी। पूरे पंजाब विच अज DTF दे सद्दे ते ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਇਸੇ ਕੜੀ 'ਚ ਬਠਿੰਡਾ ਵਿਖੇ ਵੀ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਰਕਾਰ ਖਿਲਾਫ ਰੋਸ ਜਤਾ ਰਹੇ ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨਾ ਪੁਰਾਣੀ ਪੈਨਸ਼ਨ ਲਾਗੂ ਕਰ ਰਹੀ ਹੈ ਅਤੇ ਨਾ ਹੀ ਸਰਕਾਰ ਵੱਲੋਂ DA ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਆਲੂਵਾਲੀਆ ਰਿਪੋਰਟ ਤੇ 2021 ਸਿੱਖਿਆ ਨੀਤੀ ਨੂੰ ਰੱਦ ਕੀਤਾ ਜਾਵੇ। ਅਸੀਂ ਅੱਜ DTF ਪੰਜਾਬ ਦੇ ਸੱਦੇ ਤੇ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਨੂੰ ਲਾਂਭੋ ਲਾ ਰਹੇ ਹਾਂ, ਕਿਉਂਕਿ ਪੰਜਾਬ ਸਰਕਾਰ ਨੇ ਜਿਵੇਂ ਮੋਦੀ ਨੇ ਲੋਕਾਂ ਨੂੰ ਭੁਲੇਖੇ 'ਚ ਰੱਖ ਕੇ ਇਹ ਕਾਨੂੰਨ ਪਾਸ ਕਰੇ ਨੇ, ਤੇ ਪੰਜਾਬ ਸਰਕਾਰ ਵੀ ਇਹ ਕੀ ਭੁਲੇਖਾ ਖਾਈ ਬੈਠੀ ਹੈ ਕਿ ਹੁਣ ਲੋਕਾਂ ਦਾ ਵਿਰੋਧ ਤਾਂ ਮੋਦੀ ਵੱਲ ਆ, ਅਸੀਂ ਤਾਂ 2022 'ਚ ਰਿਪੀਟ ਹੋ ਜਾਵਾਂਗੇ। ਉਹਨਾਂ ਨੇ ਪੰਜਾਬ ਦੇ ਮੁਲਾਜ਼ਮਾਂ ਨਾਲ ਜਿਹੜੇ ਵਾਅਦੇ ਕਰੇ ਸੀ ਉਹ ਸਾਰਿਆਂ ਤੋਂ ਉਹਨਾਂ ਨੇ ਕੰਨ ਤੋਂ ਚੁੱਪ ਧਾਰੀ ਹੋਈ ਆ। ਅਸੀਂ ਅਧਿਆਪਕਾਂ ਵੱਲੋਂ ਉਹਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਆ ਕਿ ਜਿਹੜੇ ਵਾਅਦੇ ਕਰੇ ਸੀ ਉਹ ਪੂਰੇ ਕਰੋ। ਉਹਨਾਂ ਨੇ ਕਿਹਾ ਸੀ ਕਿ ਅਸੀਂ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, DA ਦੀਆਂ ਕਿਸ਼ਤਾਂ ਦੱਬੀਆਂ ਹੋਈਆਂ, ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਦੀ ਉਹ ਮੰਗ ਆ ਜਿਹੜੀ ਉਵੇਂ ਖੜੀ ਆ, ਤੇ ਵੱਡੀ ਪੱਧਰ ਤੇ ਸਕੂਲਾਂ ਦਾ ਜਿਹੜਾ ਮਾਹੌਲ ਆ ਉਹ ਅਕਾਦਮਿਕ ਬਣਾਉਣ ਦੀ ਥਾਂ ਵੱਧ ਤੋਂ ਵੱਧ ਗੈਰ ਵਿੱਦਿਆ ਕੰਮ ਲਾ ਕੇ ਉਹਨਾਂ ਨੇ ਸਿੱਖਿਆ ਸਕੱਤਰ ਇਸ ਕੰਮ ਤੇ ਲਾਇਆ ਹੋਇਆ ਕਿ ਉਹ ਪੜ੍ਹਾਈ ਦਾ ਰੌਲਾ ਬਹੁਤ ਪਾ ਰਿਹਾ, ਰੀਅਲ ਦੇ ਵਿੱਚ ਪੜ੍ਹਾਈ ਕਰਾਉਣ ਦੇ ਨਹੀਂ ਰਿਹਾ, ਪੇਪਰੀ ਪੇਪਰ ਲਏ ਜਾ ਰਹੇ ਆ, PDF ਭੇਜ ਕੇ ਅਧਿਆਪਕ ਖੁਦ ਪੇਪਰ ਕਢਾ ਕੇ ਲੈ ਰਹੇ ਆ, ਲੱਖਾਂ ਹਜ਼ਾਰਾਂ ਰੁਪਏ ਜਾਣੀ ਕਿ ਅਧਿਆਪਕਾਂ ਦੇ ਉਹਨਾਂ ਤੇ ਖਰਚ ਹੋ ਰਹੇ ਆ। ਇਹ ਸਰਕਾਰ ਦੇ ਇਸ ਹੱਲਿਆਂ ਦੇ ਖਿਲਾਫ ਅਸੀਂ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਜਾਣੀ ਕਿ ਉਹਨਾਂ ਦੇ ਅਰਥੀ ਫੂਕ ਮੁਜ਼ਾਹਰੇ ਕਰ ਰਹੇ ਹਾਂ।
26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ 'ਚ ਨਵਰੀਤ ਸਿੰਘ ਨਾਮ ਦੇ ਨੌਜਵਾਨ ਦੀ ਟਰੈਕਟਰ ਪਲਟਣ ਕਾਰਨ ਮੌਤ ਹੋ ਗਈ ਸੀ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀਰਵਾਰ ਨੂੰ ਰਾਮਪੁਰ ਵਿੱਚ ਉਸ ਨੌਜਵਾਨ ਕਿਸਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮ੍ਰਿਤਕ ਦੇ ਘਰ ਪਹੁੰਚਣ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਕਿਸਾਨ ਨਵਰੀਤ ਦੀ ਮਾਂ ਨਾਲ ਹਮਦਰਦੀ ਜ਼ਾਹਰ ਕੀਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉੱਥੇ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਨਵਰੀਤ ਸਿੰਘ ਦੀ ਅੰਤਿਮ ਅਰਦਾਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। मैंने परिवार से बात की, दादाजी से भी पिताजी से भी बात की। उनका स्पष्ट ये कहना है कि एक न्यायिक जांच होनी चाहिए, निष्पक्ष जांच होनी चाहिए। बहुत क्लियरली उन्होंने कहा है। प्रियंका जी, आपने बहुत मार्मिक भाषण दिया। आपने ये कहा कि मेरा बेटा 20 साल का है और जो नवरीत थे वो 25 साल के थे। आगे आप लड़ाई किस तरीके से लड़ने वाली हैं? देखिए, मैंने वहाँ भी कहा कि हम पूरी तरह से किसानों के साथ खड़े हैं, नवनीत जी के परिवार के साथ, उन सब शहीद किसानों के साथ और उन सब किसानों के साथ जो आज भी इतने दिनों बाद, महीनों के संघर्ष के बाद दिल्ली के बॉर्डर पे बैठे हुए हैं। मैंने वहाँ भी कहा कि सबसे बड़ा जुल्म ये है कि हमारी सरकार, देश की जो सरकार है, वो पहचान नहीं रही है कि एक सच्चा संघर्ष है। इसमें कोई राजनीतिक साजिश नहीं है, कोई नेता इसके पीछे नहीं है, कोई पार्टी इसके पीछे नहीं है। ये दर्द है किसानों का, देशवासियों का दर्द है। इस दर्द को पहचानना पड़ेगा, इस दर्द का आदर करना पड़ेगा। ਦਿੱਲੀ ਦੀ ਸਰਹੱਦ ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਹੁਣ ਸਮਾਜ ਦੇ तमाम ਤਬਕਿਆਂ ਦੇ ਲੋਕ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ। ਇਸੇ ਕੜੀ 'ਚ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਸਵੀਡਨ ਦੀ ਵਾਤਾਵਰਣ ਵਰਕਰ ਗ੍ਰੇਟਾ ਥਨਬਰਗ ਖਿਲਾਫ ਕੇਸ ਦਰਜ ਕੀਤਾ ਹੈ। ਗ੍ਰੇਟਾ ਥਨਬਰਗ ਨੇ ਦੇਸ਼ ਦੀ ਰਾਜਧਾਨੀ 'ਚ ਹੋ ਰਹੇ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ, ਜਿਸ ਨੂੰ ਭੜਕਾਉਣ ਵਾਲਾ ਦੱਸਿਆ ਗਿਆ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਦੇਸ਼ ਦੀ ਛਵੀ ਨੂੰ ਖਰਾਬ ਕਰਨ ਵਾਲਾ ਦੱਸਿਆ ਜਾ ਰਿਹਾ ਹੈ। ਜਲਾਲਾਬਾਦ ਵਿਖੇ ਸ਼੍ਰੀ ਮੁਕਤਸਰ ਸਾਹਿਬ ਸੜਕ ਤੇ ਦੋ ਮੋਟਰਸਾਈਕਲਾਂ ਦੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 9:15 ਵਜੇ ਦੇ ਕਰੀਬ ਸ਼੍ਰੀ ਮੁਕਤਸਰ ਸਾਹਿਬ ਰੋਡ ਤੇ ਸਥਿਤ ਡ੍ਰੀਮ ਵਿਲਾ ਪੈਲੇਸ ਦੇ ਨੇੜੇ ਹੋਈ ਬੁਲਟ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਵਿੱਚ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਤੀਸਰਾ ਨੌਜਵਾਨ ਸਖਤ ਜ਼ਖਮੀ ਹੈ। ਉੱਥੇ ਹੀ ਪਠਾਨਕੋਟ 'ਚ ਹੋਏ ਸੜਕ ਹਾਦਸੇ 'ਚ ਵੀ ਵਿਅਕਤੀ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਅੱਜ ਪਿਛਲੀ ਰਾਤ ਕਰੀਬ 11 ਵਜੇ ਇੱਕ ਐਕਸੀਡੈਂਟ ਦੋ ਟਰੱਕਾਂ ਦੇ ਵਿਚਕਾਰ ਹੋਇਆ, ਜਿਹੜਾ ਸਾਂਝੇ ਚੁੱਲ੍ਹੇ ਲਾਗੇ ਗਰਾਮ ਪਿੰਡ ਦਾ ਰਕਬਾ ਪੈਂਦਾ, ਮੇਨ ਜੀਟੀ ਰੋਡ 'ਤੇ। ਇਹ ਇੱਕ ਟਰੱਕ ਇੱਧਰੋਂ ਜਾ ਰਿਹਾ ਸੀਗਾ ਪਠਾਨਕੋਟ ਸਾਈਡ ਤੋਂ, ਦੂਜਾ ਜੰਮੂ ਸਾਈਡ ਤੋਂ ਆ ਰਿਹਾ ਸੀਗਾ। ਦੋਨਾਂ ਦੀ ਜ਼ੋਰਦਾਰ ਟੱਕਰ ਹੋਈ ਹੈ, ਜਿਹਦੇ ਵਿੱਚ ਇੱਕ ਡਰਾਈਵਰ ਜਿਹੜਾ ਇਹ PB 1094 ਬਾਈ ਗੱਡੀ ਦਾ ਜਿਹੜਾ ਡਰਾਈਵਰ ਆ, ਮੌਕੇ 'ਤੇ ਹੀ ਉਹਦੀ ਧੌਣ ਅੱਧੇ ਨਾਲ ਜ਼ਿਆਦਾ ਕੱਟੀ ਜਾਣ ਕਰਕੇ ਉਹਦੀ ਜਿਹੜੀ ਮੌਤ ਹੋਈ ਹੈ। ਉਹ ਸਿਵਲ ਹਸਪੀਟਲ ਆ, ਇਹਦੇ ਵਾਰਸ ਆ ਗਏ ਨੇ, ਪਰਚਾ ਦੇ ਰਹੇ ਆ 304 ਇਹਦੇ ਵਿੱਚ ਪਰਚਾ ਜਿਹੜਾ ਅਸੀਂ ਇਹਨੂੰ ਦੇ ਰਹੇ ਹਾਂ। ਟਰੱਕ ਦੋਨੇ ਕਬਜ਼ੇ ਲੈ ਲਿਆ। ਦੂਜੀ ਗੱਡੀ ਦਾ ਡਰਾਈਵਰ ਜਿਹਦੇ ਕੋਲ ਐਕਸੀਡੈਂਟ ਹੋਇਆ, ਜਿਹੜਾ ਅਕਿਊਡ ਆ, ਉਹ ਹਸਪੀਟਲ ਦਾ। ਕੀ ਕਾਰਵਾਈ ਕਰੋਗੇ? ਇਹ ਐਕਸੀਡੈਂਟ ਦਾ 304 ਇਹ ਪਰਚਾ ਅਸੀਂ ਦੇ ਰਹੇ ਹਾਂ, 304 279 335 ਵਗੈਰਾ ਪਰਚਾ ਰਜਿਸਟਰ ਕਰ ਰਹੇ ਹਾਂ। ਸੋ ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਅਪਡੇਟ ਲਈ ਤੁਸੀਂ ਬਣੇ ਰਹੋ ਅਜੀਤ ਵੈਬ ਟੀਵੀ ਦੇ ਨਾਲ। ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ Apple TV ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।